हाँ एक्चुअली ਸਟਾਰਟ ਇੱਦਾਂ ਹੋਇਆ ਕਿ ਮੇਰੇ ਸਿਸਟਰ ਸੀ ਨਾ ਉਹਨਾਂ ਦੀ ਡੈਥ ਹੋ ਗਈ ਸੀ ਪਲੱਸ ਉਹ 2012 ਦੇ ਵਿੱਚ ਨਾ। ਸੋ ਅਸੀਂ ਦੋਨਾਂ ਨੇ ਇਕੱਠੀਆਂ ਨੇ ਆਪਣੇ ਸੂਟ ਬਣਾਉਣੇ ਇੱਕੋ ਜੇ ਸਾਨੂੰ ਇੰਨਾ ਸ਼ੌਂਕ ਹੁੰਦਾ ਸੀ ਤਾਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਆਪਾਂ ਬੁਟੀਕ ਖੋਲਾਂਗੇ। ਛੋਟੇ ਹੁੰਦੇ ਸੀ ਉਦੋਂ ਸਮਝ ਨਹੀਂ ਹੁੰਦੀ ਸੀ। ਫਿਰ ਉਹ ਸਡਨਲੀ ਜਿੱਦਾਂ ਐਕਸਪਾਇਰ ਹੋ ਗਏ ਨਾ, ਉਸ ਤੋਂ ਬਾਅਦ 'ਚ 2-3 ਸਾਲ ਤਾਂ ਮੈਨੂੰ ਬਹੁਤ ਜਿੱਦਾਂ ਇਕੱਠੇ ਗਰੋ ਕੀਤਾ, ਬਹੁਤ ਧੱਕਾ ਲੱਗਾ ਨਾ ਵੀ ਕਿੱਦਾਂ ਲਾਈਫ ਚੇਂਜ ਹੋ ਗਈ। ਸੋ ਉਹ ਇੱਕ ਉਹਨਾਂ ਦਾ ਇੱਕ ਸੁਪਨਾ ਸੀ ਤਾਂ ਉਹ ਮੈਂ ਸੋਚਦੀ ਹੁੰਦੀ ਸੀ ਕਿੱਦਾਂ ਪੂਰਾ ਹੋਊਗਾ, ਕਿੱਦਾਂ ਸਟਾਰਟ ਹੋਊਗਾ। ਕਾਰੀਗਰ ਲੱਭੇ, ਕਿੱਦਾਂ ਇੱਕ ਚੀਜ਼ ਕਨੈਕਟ ਕੀਤੀ, ਕਿੱਥੋਂ ਲੇਸਿਸ ਮਿਲਣੀਆਂ, ਫਿਰ ਕਿੱਥੋਂ ਸਟੱਫ ਮਿਲਣਾ, ਫਿਰ ਹੌਲੀ ਹੌਲੀ आ गया सारा कुछ। कभी किसी सेलिब्रिटी के साथ काम करते हुए कोई ऐसी प्रॉब्लम आई, किसी का कोई टेंट्रम्स हुआ प्रॉब्लम शूट के टाइम पे या डिसाइड करते हुए? जब नहीं जे मैं ਹੁਣ ਇਦਾਂ ਦਾ ਕੁਝ ਵੀ ਕਹੂੰਗੀ ਫਿਰ ਉਹ ਕੰਟਰੋਵਰਸੀ ਬਣ ਜਾਏਗੀ। कंट्रोवर्सी नहीं, मतलब वैसे ही नोक-झोंक हो जाते हैं किसी टाइम ਹੋ ਜਾਂਦਾ ਕਈ ਵਾਰੀ, ਬਟ ਕਈ ਵਾਰੀ ਬਹੁਤ ਵਧੀਆ ਵੀ ਰਹਿੰਦਾ। सत श्री अकाल किरण, कैसे हैं आप? ਵਧੀਆ ਜੀ। बढ़िया। किस तरह चल रहा है आजकल काम? ਅੱਜ ਕੱਲ ਥੋੜਾ स्लो चल रहा है बट बेसिकली सारा कुछ ठीक है। अच्छा किरण, बात करें अर्ली लाइफ जब थे, कॉलेज डेज कंप्यूटर साइंस स्टूडेंट रहे तो बहुत ऐसे शरारती थे या बंक करते थे क्लासेस, या बड़े डिसेंट पढ़ाई में टॉप रहते थे, वो वाले स्टूडेंट रहे आप हमेशा? ਸਟੱਡੀ ਦੇ ਵਿੱਚ ਤਾਂ ਟੌਪ ਕਰਦੀ ਸੀ ਬਟ ਸ਼ਰਾਰਤੀ ਵੀ ਸੀ। ਮਤਲਬ ਲਾਈਕ ਘੁੰਮਣਾ ਫਿਰਨਾ ਪਸੰਦ ਸੀ, ਮਾਰਕੀਟ जाना, अपने सूट बनाने, ज़्यादा शॉपिंग वाल ज़्यादा थे। अच्छा, तो क्लासेस बंक करते थे, ऐसी शरारतें भी की है? क्या शरारतें की कॉलेज टाइम की? कोई एक कॉलेज शरारत? टाइम ਦੇ ਵਿੱਚ ਲੈਕਚਰ ਨਹੀਂ ਲਗਾਣੇ, अच्छा, ਫਿਰ ਅਟੈਂਡੈਂਸ ਸ਼ਾਰਟ ਹੋ ਜਾਂਦੀ और फिर भी टॉप करना? ਹਾਂ ਉਹ ਪੜ੍ਹ ਲੈਣਾ क्योंकि डिग्री लाइक थोड़ा ईजी ਹੁੰਦਾ। अच्छा, तो उस टाइम क्या शॉपिंग का कैसे रहता था? ज़्यादा वेस्टर्न कपड़े खरीदने थे या सूट्स की तरफ ध्यान था? ਜਿੱਥੋਂ ਮੈਂ ਬੀਟੈਕ ਕੀਤੀ ਹੈ ਉਹ ਸੰਤ ਬਾਬਾ ਭਾਗ ਸਿੰਘ ਕਾਲਜ ਸੀ ਜਲੰਧਰ ਦੇ ਵਿੱਚ ਨਾ। ਉੱਥੇ ਆਪਣੇ ਜੀਨਸ ਲਾਅ ਨਹੀਂ ਹੁੰਦੀਆਂ ਸੀ ਅਤੇ ਸੂਟ ਹੀ ਵੀਅਰ ਕਰਨੇ ਹੁੰਦੇ ਸੀ। ਫਿਰ ਉਹ ਲਾਈਕ ਮੈਨੂੰ ਇੰਨਾ ਸ਼ੌਂਕ ਹੁੰਦਾ ਸੀ ਕਿ ਮੈਂ ਇੱਕ ਹਫ਼ਤੇ ਦੇ ਪਹਿਲਾਂ ਪਲਾਨ ਕਰ ਲੈਣੇ ਵੀ ਪੂਰਾ ਮੰਡੇ, ਟਿਊਸਡੇ, ਵੈਡਨਸਡੇ ਇਹ ਵੀਅਰ ਕਰਨੇ ਆ ਅਤੇ ਉਸ ਤੋਂ ਬਾਅਦ ਵੀ ਜੋ ਹੋਣਾ ਵੀ ਰਿਪੀਟ ਨਾ ਹੋਣ ਮੇਰੇ ਕੱਪੜੇ। ਇੰਨਾ ਸ਼ੌਂਕ ਹੁੰਦਾ ਸੀ। ਮੰਮੀ ਪਾਪਾ ਨੇ, ਮੇਰਾ ਬ੍ਰਦਰ ਕੈਨੇਡਾ ਹੁੰਦੇ ਸੀ, ਉਹਨਾਂ ਨੇ ਵੀ ਲਾਈਕ ਹਰ ਇੱਕ ਨੇ ਇਕੱਲੀ ਹੁੰਦੀ ਸੀ ਤਾਂ ਪੈਸੇ ਦੇ ਦੇਣੇ, ਉਹ ਸਾਰਾ ਸ਼ਾਪਿੰਗ ਦੇ ਵਿੱਚ ਹੀ ਜਾਂਦੇ ਹੁੰਦੇ ਸੀਗੇ। ਆਪਣੇ सूट डिज़ाइन करने उस टाइम ये शौक ज़्यादा होता था। अच्छा, तो बचपन से पेरेंट्स काफ़ी ऐसे स्ट्रिक्ट थे या नहीं, छूट दी हुई थी करो जो करना है? बिल्कुल स्ट्रिक्ट नहीं सी। नहीं सी? नहीं। अच्छा, अच्छी गल है स्ट्रिक्ट होना या नहीं है? ਤੁਹਾਡਾ ਓਪੀਨੀਅਨ? ਮੰਮਾ ਥੋੜੇ ਸੀ ਸਟ੍ਰਿਕਟ, ਉਹ ਸਟੱਡੀ ਨੂੰ ਲੈ ਕੇ ਉਹ ਥੋੜੇ ਕਾਨੂੰਨੀ ਆ। ਪਾਪਾ ਤਾਂ ਬਿਲਕੁਲ ਨਹੀਂ, ਉਹਨਾਂ ਨੇ ਵੀ ਹਾਂ ਮੈਂ ਹੈ ਕਰ ਲਾ ਜੋ ਕਰਨਾ, ਸਾਰਾ ਕੁਝ ਜਿੱਦਾਂ ਲਾਈਕ ਬੇਸਿਕਲੀ ਹੁੰਦਾ ਹੈ ਵੀ ਫਾਦਰਸ ਦਾ ਬੌਂਡ ਹੁੰਦਾ ਡਾਟਰਸ ਨਾਲ ਨਾ। ਤੇ ਮੰਮਾ ਥੋੜੇ ਜਿਹੇ ਸਟ੍ਰਿਕਟ ਸੀ ਐਜ਼ ਕੰਪੇਅਰ ਟੂ ਪਾਪਾ। ਉਸ ਚੀਜ਼ ਦਾ ਕਦੇ ਫਾਇਦਾ ਉਠਾਇਆ ਕਿ ਇਹ ਕੁਝ ਕਹਿੰਦੇ ਨਹੀਂ ਜੋ ਮਰਜ਼ੀ ਕਰਦੇ ਰਹੋ? ਹਾਂ ਉਹ ਫਾਇਦਾ ਤਾਂ ਘੁੰਮਣ ਫਿਰਨ ਦੇ ਵਿੱਚ ਜਾਂ ਸ਼ਾਪਿੰਗ ਕਰਨ ਦੇ ਵਿੱਚ ਉਸ ਚੀਜ਼ ਦਾ ਫਾਇਦਾ ਬਹੁਤ। ਛੁਪ ਕੇ ਇੱਥੇ ਜਾਣਾ ਉੱਥੇ ਜਾਣਾ, ਮੂਵੀਆਂ ਵੇਖਣੀ, ਇਹ ਸਾਰਾ ਕੰਮ? ਉਸ ਟਾਈਮ ਦੇ ਵਿੱਚ ਮੂਵੀਜ਼ ਤਾਂ ਨਹੀਂ ਹੁੰਦਾ ਸੀ, ਉਹ ਚੰਡੀਗੜ੍ਹ ਆ ਕੇ ਸਟਾਰਟ ਹੋਇਆ। ਅੱਛਾ, ਉੱਥੇ ਉਸ ਟਾਈਮ 'ਚ ਸਟੱਡੀ ਸੀ, ਓਨਲੀ ਸਟੱਡੀ ਫਿਰ ਬੀਟੈਕ ਤੋਂ ਬਾਅਦ 'ਚ ਐਮਟੈਕ। तो की चेंज आया ਜਲੰਧਰੋਂ ਚੰਡੀਗੜ੍ਹ ਆਏ ਫਿਰ ਕੀ? ਕਾਫੀ ਕੁਝ ਚੇਂਜ ਆਇਆ ਇੱਥੇ। ਉੱਥੋਂ ਦਾ ਲਿਵਿੰਗ ਸਟੈਂਡਰਡ ਇੱਥੇ ਦੇ ਲਿਵਿੰਗ ਸਟੈਂਡਰਡ 'ਚ ਬਹੁਤ ਫਰਕ ਹੈ ਨਾ। ਤੇ ਚੇਂਜਸ ਟਾਈਮ ਟੂ ਟਾਈਮ ਚੇਂਜਸ ਵੀ ਚੇਂਜ ਹੁੰਦੇ ਗਏ, ਲਾਈਕ ਅਸੈਪਟੈਂਸ ਵੀ ਇੱਥੋਂ ਦੇ ਲੋਕਾਂ ਦੀ ਥਿੰਕਿੰਗ, ਆਪਣੇ ਉੱਧਰ ਲੋਕਾਂ ਦੀ ਥਿੰਕਿੰਗ ਦਾ ਫਰਕ ਹੈ। ਫਿਰ ਉਸ ਟਾਈਮ ਸਟਰਗਲਿੰਗ ਟਾਈਮ ਸੀ, ਜੋਬ ਇੰਟਰਵਿਊਜ਼ ਦੇਣੀਆਂ, ਜੋਬ ਮਿਲ ਜਾਵੇ ਵੀ ਲਾਈਕ ਐਮਟੈਕ ਮੈਂ ਕਰਦੀ ਸੀ ਜਿਸ ਟਾਈਮ। ਮੈਨੂੰ ਫਸਟ ਜੋਬ GGS ਕਾਲਜ ਦੇ ਵਿੱਚ ਮੈਂ ਜੁਆਇਨ ਕੀਤੀ 8000 ਦੇ ਵਿੱਚ, ਤੇ ਉਦੋਂ ਉਸ ਤੋਂ ਬਾਅਦ 'ਚ ਫਿਰ ਰਿਆਤ ਯੂਨੀਵਰਸਿਟੀ ਦੇ ਵਿੱਚ लेक्चरर बना किसी। अच्छा, तो वो लेक्चरर बन के कैसा था? एक कई टीचर्स होते हैं बड़ी पर्टिकुलर होती है, अटेंडेंस पूरी होनी चाहिए या वो, या उसमें से थे कि चलो करना है जो करो? बहुत कूल ਸੀ ਮੈਂ ਕਿਉਂਕਿ ਸੇਮ ਏਜ ਸੀ, ਉਹ ਸੇਮ ਏਜ ਦੇ ਸਟੂਡੈਂਟ ਸੀਗੇ। ਸੋ ਉਹ ਦਰਦ ਫੀਲ ਹੁੰਦਾ ਸੀ ਕਿ ਹਾਂ ਨਹੀਂ ਇਹਨਾਂ ਨੂੰ ਅਟੈਂਡੈਂਸ ਮੈਂ ਵੀ ਆਪਣੇ ਟਾਈਮ 'ਚ ਵੇਖਿਆ। ਹਾਂ, ਸਟ੍ਰਿਕਟ ਨਹੀਂ ਸੀ ਕਿਉਂ ਲਾਈਕ ਉਹਨਾਂ ਨੂੰ ਨਕਲ ਵੀ ਕਰਾ ਦਿੰਦੀ ਹੁੰਦੀ ਸੀ। ऐसी पास करके या वो, ठीक है। तो इस प्रोफेशन में फिर इतना अच्छा वहाँ टॉप करा, सब कुछ एमटेक भी किया, लेक्चरर भी बन गए, फिर ये प्रोफेशन में क्या मन किया कि अब यहाँ पे? हाँ एक्चुअली ਸਟਾਰਟ ਇੱਦਾਂ ਹੋਇਆ ਕਿ ਮੇਰੇ ਸਿਸਟਰ ਸੀ ਨਾ,
ਉਹਨਾਂ ਦੀ ਡੈਥ ਹੋ ਗਈ ਸੀ ਪਲੱਸ ਉਹ 2012 ਦੇ ਵਿੱਚ ਨਾ। ਸੋ ਅਸੀਂ ਦੋਨਾਂ ਨੇ ਇਕੱਠਿਆਂ ਨੇ ਆਪਣੇ ਸੂਟ ਬਣਾਉਣੇ ਇੱਕੋ ਜੇ ਸਾਨੂੰ ਇੰਨਾ ਸ਼ੌਂਕ ਹੁੰਦਾ ਸੀ ਤਾਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਆਪਾਂ ਬੁਟੀਕ ਖੋਲਾਂਗੇ। ਛੋਟੇ ਹੁੰਦੇ ਸੀ ਉਦੋਂ, ਸਮਝ ਨਹੀਂ ਹੁੰਦੀ ਸੀ। ਫਿਰ ਉਹ ਸਡਨਲੀ ਜਿੱਦਾਂ ਐਕਸਪਾਇਰ ਹੋ ਗਏ ਨਾ, ਉਸ ਤੋਂ ਬਾਅਦ 'ਚ 1-2-3 ਸਾਲ ਤਾਂ ਮੈਨੂੰ ਬਹੁਤ ਜਿੱਦਾਂ ਇਕੱਠੇ ਗਰੋ ਕੀਤਾ, ਬਹੁਤ ਧੱਕਾ ਲੱਗਾ ਨਾ ਵੀ ਕਿੱਦਾਂ ਲਾਈਫ ਚੇਂਜ ਹੋ ਗਈ। ਸੋ ਉਹ ਇੱਕ ਉਹਨਾਂ ਦਾ ਇੱਕ ਸੁਪਨਾ ਸੀ ਤਾਂ ਉਹ ਮੈਂ ਸੋਚਦੀ ਹੁੰਦੀ ਸੀ ਕਿੱਦਾਂ ਪੂਰਾ ਹੋਊਗਾ, ਕਿੱਦਾਂ ਸਟਾਰਟ ਹੋਊਗਾ, ਕਿਉਂਕਿ ਡਿਜ਼ਾਈਨਿੰਗ ਆਉਂਦੀ ਸੀ, ਸ਼ੁਰੂ ਤੋਂ ਕੀਤੀ ਹੋਈ ਸੀ, ਬਸ ਉਹ ਚੀਜ਼ ਦਿਲ ਦੇ ਵਿੱਚ ਸੀ ਪੂਰੀ ਕਰਨੀ। ਉਹਨਾਂ ਦਾ ਸੁਪਨਾ ਹੁਣ ਹੋ ਗਿਆ ਪੂਰਾ, ਕਿੰਨੀ ਖੁਸ਼ੀ ਮਿਲਦੀ ਹੈ। ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹੋਗੇ ਕੁਝ ਵੀ ਹਾਸਿਲ ਕੀਤਾ, ਕਿਸੇ ਵੀ ਲੈਵਲ ਤੇ ਪਹੁੰਚੇ ਹਨ ਨਾ, ਉਹ ਹਮੇਸ਼ਾ ਮੈਮਰੀ 'ਚ ਰਹਿੰਦੇ ਹੈ ਕਿ ਹਾਂ ਉਹ ਹੁੰਦੇ ਕਿ ਮੇਰੇ ਕੋਲ ਨਾ ਅਜੇ ਵੀ ਉਹਨਾਂ ਦਾ ਇੱਕ ਦੁਪੱਟਾ ਪਿਆ ਹੋਇਆ ਤੇ ਮੈਂ ਉਹ ਸਾਂਭ ਕੇ ਰੱਖਿਆ ਹੋਇਆ ਤੇ ਉਹ ਹੁੰਦਾ ਦਿਲ ਦੇ ਵਿੱਚ ਹੁੰਦਾ ਨਾ, ਬਟ ਕਈ ਵਾਰੀ ਚੀਜ਼ਾਂ ਅੱਗੇ ਤੋਂ ਅੱਗੇ ਕਨੈਕਟ ਹੋ ਜਾਂਦੀਆਂ। ਜਾਂ ਪਹਿਲਾਂ ਕਿਉਂਕਿ ਮੈਨੂੰ ਸੀ ਕਿ ਮੈਂ ਸਟੱਡੀ, ਮੇਰੀ ਲਾਈਨ ਡਿਫਰੈਂਟ ਹੈ ਤੇ ਫਿਰ ਮੈਂ ਸਾਈਡ ਬਾਈ ਸਾਈਡ ਸਟਾਰਟ ਕੀਤਾ ਸੀ, ਆਨਲਾਈਨ ਪੇਜ ਬਣਾਏ। ਉਸ ਟਾਈਮ ਪੇਜ ਸਟਾਰਟ ਹੋਏ ਸੀ ਫੇਸਬੁੱਕ ਦੇ ਨਾ, ਤੇ ਉਹਦੇ ਵਿੱਚ ਵੀ ਬਹੁਤ ਸਟਰਗਲ ਕਰਨੀ ਪਈ। ਫਸਟ ਮੈਂ ਪੇਜ ਬਣਾਇਆ ਸੀ ਰਕਾਨ ਸ਼ੂਟਿੰਗ ਦੇ ਨਾਮ ਤੇ। ਉਸ ਤੋਂ ਬਾਅਦ 'ਚ ਮੈਡਮ ਬੁਟੀਕ ਸੀ, ਉਹ ਮੇਰੇ ਫਰੈਂਡ ਚਲਾਉਂਦੇ ਨੇ ਨਾ, ਤੇ ਮਤਲਬ ਅਸੀਂ ਇਕੱਠਿਆਂ ਨੇ ਸਟਾਰਟ ਕੀਤਾ ਸੀ। ਉਸ ਤੋਂ ਬਾਅਦ 'ਚ ਤੀਜਾ ਪੇਜ ਬਣਾਇਆ ਸੀ ਬ੍ਰਾਈਡ ਡਿਜ਼ਾਈਨਰ ਬੁਟੀਕ ਦੇ ਨਾਮ ਤੇ, ਫਿਰ ਉਹ ਵਧੀਆ ਚੱਲ ਗਿਆ ਸੀ। ਇਹ ਚੌਥਾ ਸੀ ਕਿਰਨ ਸੰਧੂ ਜਿਹੜੇ ਆਪਣਾ ਨਾਮ ਤੋਂ ਸ਼ੁਰੂ ਕੀਤਾ। ਅੱਛਾ, ਫਿਰ ਇਹਦਾ ਰਿਸਪੌਂਸ ਚੰਗਾ ਆਇਆ ਆਨਲਾਈਨ? ਹਾਂ, ਆਨਲਾਈਨ ਬ੍ਰਾਈਡ ਡਿਜ਼ਾਈਨਰ ਬੁਟੀਕ ਦਾ ਵੀ ਬਹੁਤ ਵਧੀਆ ਸੀ, ਬਟ ਇਹ ਹੁੰਦਾ ਨਾ ਕਿ ਇੱਕ ਬ੍ਰਾਂਡ ਬਣਾਉਣਾ, ਇੱਕ ਨਾਮ ਬ੍ਰਾਂਡ ਬਣਾਉਣਾ, ਉਸ ਤੇ ਫਿਰ ਫੋਕਸ ਕੀਤਾ। ਅੱਛਾ, ਉਸ ਟਾਈਮ ਬਿਲਕੁਲ ਸ਼ੁਰੂਆਤ ਕਰਦੇ ਨੇ, ਇੰਨੇ ਪੈਸੇ ਨਹੀਂ ਹੁੰਦੇ, ਨਾ ਜੋੜ ਕੇ ਰੱਖੇ ਹੁੰਦੇ ਆ, ਨਾ ਫੈਮਿਲੀ ਕਈ ਵਾਰ ਸਪੋਰਟ ਕਰ ਦਿੰਦੀ ਹੈ, ਕਈ ਵਾਰ ਨਹੀਂ ਕਰਦੀ। ਕਿੱਥੋਂ ਅਰੇਂਜ ਕਰਦੇ ਸੀ ਸਾਰੇ ਪੈਸੇ ਜਿਹੜੇ ਸੂਟ ਤੇ ਲਾਣੇ, ਅੱਗੇ ਦੇਣੇ ਕਿਸੇ ਨੂੰ? ਫਸਟ ਟਾਈਮ ਜਦੋਂ ਸੋਚਿਆ ਨਾ ਕਿ ਹਾਂ ਆਹ ਕੰਮ ਕਰਨਾ, ਅਸੀਂ ਬਰਿਸਟਾ ਬੈਠ ਕੇ ਫਰੈਂਡਸ ਕਾਫੀ ਪੀਂਦੇ ਸੀ ਨਾ, ਤੇ ਸੋਚ ਰਹੇ ਸੀ ਕਿ ਕਿੱਦਾਂ ਸਟਾਰਟ ਕਰਨਾ ਨਾ। ਸੋ ਮੈਂ ਸਰਚ ਕੀਤੀ ਹੌਲੀ ਹੌਲੀ ਨਾ, ਪੇਜ ਦੇ ਬਾਕੀ ਕਿੱਦਾਂ ਕਰਦੇ ਨੇ ਉਹਨਾਂ ਵੱਲ ਦੇਖਣਾ, ਸ਼ਿਪਿੰਗ ਕਿੱਦਾਂ ਹੁੰਦੀ ਹੈ, ਜਾਂ ਉਹਨਾਂ ਤੋਂ ਅਸੀਂ ਕਲਾਇੰਟਸ ਤੋਂ ਪੇਮੈਂਟ ਕਿੱਦਾਂ ਅਸੈਪਟ ਕਰਨੀ ਆ, ਜਾਂ ਅਸੀਂ ਮੇਜ਼ਰਮੈਂਟ ਕਿੱਦਾਂ ਮੰਗਾਉਣੀ ਆ, ਕਿਉਂਕਿ ਖੁਦ ਨੂੰ ਸਟਿਚਿੰਗ ਨਹੀਂ ਆਉਂਦੀ ਸੀ ਨਾ। ਤੇ ਫਿਰ ਮੇਰੀ ਸੈਲਰੀ ਹੁੰਦੀ ਸੀ 21,000 ਰਿਆਤ ਯੂਨੀਵਰਸਿਟੀ। ਉਹ ਸੈਲਰੀ ਮੈਨੂੰ ਮਿਲੀ, ਮੈਂ ਉਹ ਸਾਰੀ ਦੀ ਸਾਰੀ ਜਿੱਥੋਂ ਮੰਮਾ ਹੁਣੀ ਸੂਟਸ ਲੈਂਦੇ ਨੇ ਹੁਸ਼ਿਆਰਪੁਰ ਤੋਂ, ਉਹ ਸ਼ਾਪ ਆ, ਉੱਥੋਂ ਸਿਲੈਕਟ ਕੀਤੇ ਮੈਂ ਸੂਟ ਸਾਰੇ ਨਾ, 3-4 ਦਿਨ ਲਗਾ ਕੇ ਬੈਸਟ ਆਈ ਥਿੰਕ 15 ਜਾਂ 16 ਸੂਟ ਆਏ ਹੋਣੇ ਆ। ਫਿਰ ਉਹਨਾਂ ਨੂੰ ਰੱਖ ਕੇ ਉਹਨਾਂ ਦੀਆਂ ਫੋਟੋਜ਼ ਕੀਤੀਆਂ, ਦੈਨ ਉੱਥੋਂ ਆਰਡਰ ਲਿਆ। ਫਿਰ ਉਸ ਤੋਂ ਬਾਅਦ 'ਚ ਤਾਂ ਜਿੱਦਾਂ ਕਸਟਮਾਈਜ਼ ਕਰਨੇ ਸੀ, ਉਹ ਤਾਂ ਫਿਰ ਕਾਰੀਗਰ ਲੱਭੇ, ਕਿੱਦਾਂ ਇੱਕ ਚੀਜ਼ ਕਨੈਕਟ ਕੀਤੀ, ਕਿੱਥੋਂ ਲੇਸਿਸ ਮਿਲਣੀਆਂ, ਫਿਰ ਕਿੱਥੋਂ ਸਟੱਫ ਮਿਲਣਾ, ਫਿਰ ਹੌਲੀ ਹੌਲੀ ਆ ਗਿਆ ਸਾਰਾ ਕੁਝ। ਤੇ ਜਿੱਥੇ ਹੁੰਦੇ ਆ ਪੰਜਾਬ 'ਚ ਬਾਰਗੇਨਿੰਗ ਬੜੀ ਚੱਲਦੀ ਹੈ, ਸਸਤਾ ਕਿੱਥੋਂ ਮਿਲਦਾ ਹੈ, ਕਿਹੜੀ ਦੁਕਾਨਾਂ ਹੈ, ਤਾਂ ਉਸ ਟਾਈਮ ਇਹ ਸਾਰਾ ਚੀਜ਼ਾਂ ਵੀ ਆਪਣੇ ਆਪ ਕਰਦੇ ਸੀ? ਹੁਣ ਵੀ ਬਾਰਗੇਨਿੰਗ ਕਰਦੇ ਹੋ ਜਾਂ ਨਹੀਂ? ਮੇਰੇ ਤੋਂ ਨਹੀਂ ਹੁੰਦੀ ਬਾਰਗੇਨਿੰਗ। ਅੱਛਾ, ਇਹ ਕੈਲਕੂਲੇਸ਼ਨ ਵਾਲਾ ਕੰਮ ਬਹੁਤ ਔਖਾ ਲੱਗਦਾ। ਅੱਛਾ, ਇੰਡਸਟਰੀ 'ਚ ਐਂਟਰ ਕੀਤੇ ਤੁਸੀਂ, ਗਗਨ ਜੀ ਨਾਲ ਕੰਮ ਕੀਤਾ ਸਭ ਤੋਂ ਪਹਿਲਾਂ ਇਸ ਇੰਡਸਟਰੀ, ਉੱਥੋਂ ਲਿੰਕ ਕਿੱਥੇ ਬਣਿਆ? ਜਸ ਰੈਕਡ ਥਰੂ ਉਹ ਜਾਣਦੇ ਸੀ ਨਾ ਮੈਨੂੰ, ਤੇ ਉਹਨਾਂ ਨੇ ਲਾਈਕ ਉਦੋਂ ਉਹਨਾਂ ਦੇ ਨਾਲ ਆਰਟਿਸਟ ਸੀ ਗਗਨ ਹੁਣੀ, ਤੇ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਇਹਨਾਂ ਦੇ ਸੂਟਸ ਡਿਜ਼ਾਈਨ ਕਰ ਦਿਓ ਖੁੰਡੀ ਮੁੱਛ ਦੇ। ਉਸ ਤੋਂ ਬਾਅਦ 'ਚ ਇੱਕ ਜਾਂ ਦੋ ਸੌਂਗਸ ਦੇ ਉਹਨਾਂ ਦੇ ਡਿਜ਼ਾਈਨ ਕੀਤੇ ਸੀਗੇ। ਦੈਨ ਕਿਉਂਕਿ ਅਪਰੋਚ ਕਰਦੇ ਹੁੰਦੇ ਸੀ ਲਾਈਕ ਐਜ਼ ਏ ਫਰੈਸ਼ਰ, ਅਸੀਂ ਵੀ ਅਪਰੋਚ ਕਰਦੇ ਹੁੰਦੇ ਸੀ। ਉਦੋਂ ਉਸ ਟਾਈਮ ਸਪਾਂਸਰਸ ਦਾ ਬਿਲਕੁਲ ਬਹੁਤ ਘੱਟ ਸੀਗਾ। ਉਹ ਫਿਰ ਹੌਲੀ ਹੌਲੀ ਤੇ ਨਵੇਂ ਬਿਜ਼ਨਸਮੈਨ ਨੂੰ ਸਪਾਂਸਰਸ਼ਿਪ ਕਰਨੀ ਵੀ ਮੁਸ਼ਕਿਲ ਹੁੰਦੀ ਹੈ ਬਿਲਕੁਲ। ਜਦ ਤੁਸੀਂ ਸ਼ੁਰੂਆਤ ਕਰੋ ਨਾਲ ਹੀ ਤੁਸੀਂ ਸਪਾਂਸਰਸ਼ਿਪ ਕਰ ਦਿਓ, ਆਪਣੀ ਉਹਨਾਂ ਨਹੀਂ ਨਿਕਲਦਾ। ਹੌਲੀ ਹੌਲੀ ਕਰਕੇ ਫਿਰ ਜਦੋਂ ਸੈਕਿੰਡ ਨਿਮਰਤ ਹੁਣਾਂ ਦੇ ਬਣਾਏ ਸੌਂਗ, ਉਸ ਤੋਂ ਪਹਿਲਾਂ ਸੂਟ ਹੀ ਬਣਾਇਆ ਸੀ ਨਾ, ਤੇ ਉਹਦੇ ਵਿੱਚ ਜਸ਼ਨ ਨੰਦੜ ਸੀਗੇ ਡਾਇਰੈਕਟਰ, ਉਹਨਾਂ ਨੇ ਲਿੰਕ ਕਰਵਾਇਆ ਸੀ ਨਾ, ਤੇ ਉਹਨਾਂ ਨੇ ਉਹ ਸੂਟ ਸੀ ਬਲੈਕ ਸੂਟ ਸੀ, ਉਹ ਬਹੁਤ ਵਾਇਰਲ ਹੋਇਆ ਲਾਈਕ। ਫਿਰ ਉਹਨਾਂ ਦੇ ਸੂਟ ਬਹੁਤ ਜ਼ਿਆਦਾ ਪਸੰਦ ਕੀਤੇ ਸਾਰਿਆਂ ਨੇ, ਉਸ ਤੋਂ ਫਿਰ ਲਾइक नाम बढ़ना स्टार्ट हो गया। अच्छा, जब स्टार्स के लिए सूट डिज़ाइन करते हो तो क्या मेन दिमाग में होता है? ट्रेंड में रहे, कुछ अच्छा अपीलिंग लगे, या उनका कंफर्ट मेन कि कंफर्टेबल हो इनको, बाकी चलो ट्रेंड तो बनता रहेगा? नहीं, कंफर्टेबल ਉਹ ਡਿਪੈਂਡ ਕਰਦਾ। ਤੁਸੀਂ ਸੌਂਗ ਸਟੋਰੀ ਹੁੰਦੀ ਆ ਪਹਿਲਾਂ, ਸੌਂਗਸ ਦੇ ਵੀ ਉਹਨਾਂ ਦੀ ਕੀ ਰਿਕੁਆਇਰਮੈਂਟ ਹੁੰਦੀ ਹੈ। ਅਸੀਂ ਇੱਦਾਂ ਦਾ ਸੀਨ ਆ ਫੋਰ ਐਗਜ਼ਾਮਪਲ ਇੱਕ ਬਰਾਈਡ ਦਿਖਾਣੀ ਆ ਜਾਂ ਇੱਕ ਕਾਲਜ ਗਰਲ ਦਿਖਾਣੀ ਆ, ਇੱਦਾਂ ਦਾ ਹੁੰਦਾ ਕਨਸੈਪਟ ਦੱਸਦੇ ਨੇ। ਫਿਰ ਮੇਰਾ ਹੁੰਦਾ ਬੇਸਿਕਲੀ ਕਲਰ ਕੰਬੀਨੇਸ਼ਨ ਐਂਡ ਵੀ ਲਾਈਕ ਗਰਲਿਸ਼ ਹੋਵੇ, ਸਿੰਪਲ ਹੋਵੇ, ਨੀਟ ਐਂਡ ਕਲੀਨ,
ਇਸ ਤਰ੍ਹਾਂ ਹੀ ਡਿਜ਼ਾਈਨ ਸੋਚ ਕੇ ਕਰ ਦਿੰਦੀ ਹਾਂ। ਤੇ ਮੋਰ ਓਵਰ ਮੈਨੂੰ ਹੁੰਦਾ ਕਿ ਕਿਉਂਕਿ ਮੈਨੂੰ ਲਾਈਕ ਫॉर ਤੁਸੀਂ ਕਹੋਗੇ ਸੂਟ ਡਿਜ਼ਾਈਨ ਕਰੋ, ਇੱਕ ਦੋ ਵਾਰੀ ਮੈਂ ਕਰੂੰਗੀ, ਫਿਰ ਮੈਨੂੰ ਟੇਸਟ ਪਤਾ ਲੱਗੇਗਾ, ਫਿਰ ਅਸੀਂ ਪਸੰਦ ਹੈ, ਫਿਰ ਉਸ ਤੋਂ ਬਾਅਦ ਚ ਮੈਂ ਜ਼ਿਆਦਾ ਵਧੀਆ ਕਰ ਸਕਦੀ ਹਾਂ। अच्छा डिज़ाइनर होके ना जब ਅਸੀਂ डिज़ाइन कर एक फील्ड ਚ आ जाते प्रोफेशनल बन जाते हैं, कोई भी होता है ना, हमें उसमें देखकर हम किसी को देखा किसी के साथ बैठे हैं तो हम नुक्स निकाल लेते हैं फटाफट कपड़ों में कि ऐसा होना। तो कभी ऐसा मन किया किसी को जाकर बताना नहीं ये गलत पहना है, इसको ऐसे करके मैं बिल्कुल भी जज नहीं करती किसी ਨੂੰ, नहीं ओपीनियन देना किसी ਨੂੰ ਦੱਸਣਾ ਕਿ ਨਹੀਂ ਥੋੜਾ ਜਿਹਾ ਇਹ ਕਰਕੇ ਪਹਿਨੋ ਤਾਂ ਜ਼ਿਆਦਾ ਅੱਛਾ ਲੱਗੇਗਾ ਤੁਹਾਡੇ ਉੱਤੇ। ਜਿਹੜੇ ਕਲਾਇੰਟਸ ਪੁੱਛਦੇ ਨੇ ਉਹਨਾਂ ਨੂੰ ਦੱਸ ਦਿੰਦੀ ਆ, ਫਿਰ ਇਦਾਂ ਕਿਸੇ ਨੂੰ ਦੱਸਣਾ ਗੁੱਸਾ ਕਰ ਜਾਏਗਾ ਨਾ। अच्छा यूजुअली एक कंसेप्ट है कि इस बॉडी टाइप पे ये कपड़ा ज़्यादा फबता है, ऐसा कुछ है? हाँ जी। ये एक ਥੋੜਾ ਜਿਨ੍ਹਾਂ ਦਾ ਹੈਲਦੀ ਹੁੰਦੇ ਉਹਨਾਂ ਨੂੰ ਡਾਰਕ ਕਲਰਸ ਜ਼ਿਆਦਾ अच्छा ਉਹਦੇ ਵਿੱਚ ਲੁੱਕ ਸਲਿਮ ਲੁੱਕ ਲੱਗਦੀ ਹੈ। अच्छा ਫਿਰ ਸੂਟਸ ਦੇ ਵਿੱਚ ਤੁਸੀਂ ਜੇ ਹੈਲਦੀ ਆ ਤੁਸੀਂ ਸਾਈਡਸ ਤੋਂ ਵਰਕ ਕਰੋਗੇ ਉਹਦੇ ਨਾਲ ਤੁਹਾਡੀ ਲੁੱਕ ਸਲਿਮ ਲੱਗੇਗੀ। ਫਿਰ ਸਟੱਫ ਦਾ ਵੀ ਹੁੰਦਾ ਹੈ ਕਿ ਤੁਸੀਂ ਕਿੱਦਾਂ ਦਾ ਜਾਰਜਟ ਦੇ ਵਿੱਚ ਵੀਅਰ ਕਰਦੇ ਆ ਤਾਂ ਉਹਦੇ ਨਾਲ ਸਲਿਮ ਲੁੱਕ ਲੱਗਦੀ ਹੈ। ਇਹ ਵੈਰੀ ਕਰਦਾ ਹੈ ਸਾਰੀਆਂ ਚੀਜ਼ਾਂ। अच्छा आपने दोनों टाइम देखा, जब बिल्कुल स्टार्टिंग में एक स्ट्रगल पीरियड होती थी और अब जब एक नाम इस्टेब्लिश हो गया तब भी एक अलग टाइप की स्ट्रगल होती है, ज़्यादा मुश्किल कौन सी थी? वो वाला टाइम आई थिंक ਹੁਣ ਜ਼ਿਆਦਾ ਮੁਸ਼ਕਿਲ ਹੈ। ਹੁਣ ਮੈਨੂੰ ਉਸ ਟਾਈਮ ਅਸੀਂ ਬੈਕ ਐਂਡ ਤੇ ਕੰਮ ਕਰਦੇ ਹੁੰਦੇ ਆ ਨਾ ਕਿ ਸੋ ਹੁਣ ਸਟੋਰ ਨੂੰ ਮੈਨੇਜ ਕਰਨਾ, ਸਟੋਰਸ ਨੂੰ ਮੈਨੇਜ ਕਰਨਾ, ਵੈਬਸਾਈਟ ਨੂੰ ਮੈਨੇਜ ਕਰਨਾ, ਪਲੱਸ ਮੇਰਾ ਇੰਸਟੀਚਿਊਟ ਹੈ ਕਟਿੰਗ ਐਂਡ ਸਟਿਚਿੰਗ ਦਾ ਐਂਡ ਡਿਪਲੋਮਾ ਸਟਾਰਟ ਕਰ ਰਹੇ ਹਾਂ ਹੁਣ ਆਨਲਾਈਨ, ਹੈ ਨਾ। ਤੇ ਹੁਣ ਲਾਈਕ ਇਦਾਂ ਕਿ ਕਨੈਕਸ਼ਨਸ ਬਹੁਤ ਨੇ, ਹੁਣ ਹਰ ਇੱਕ ਚੀਜ਼ ਤੇ ਉਨਾ ਟਾਈਮ ਨਹੀਂ ਦੇ ਸਕਦੇ, ਸੋ ਸਾਰਾ ਕੁਝ ਕਰਨਾ ਪੈਂਦਾ। ਕਲਾਇੰਟਸ ਨਾਲ ਗੱਲ ਵੀ ਕਰਨੀ ਪੈਂਦੀ ਆ, ਵੈਬਸਾਈਟ ਮੈਨੇਜ ਕਰਨੀ, ਉਹ ਮੈਂ ਖੁਦ ਕਰਦੀ ਆ ਆਪਣੀ ਵੈਬਸਾਈਟ, ਹੈ ਨਾ। ਤੇ ਫਿਰ ਕਲਾਇੰਟਸ ਨੂੰ ਡੀਲ ਕਰਨਾ, ਉਹਨਾਂ ਦੇ ਆਰਡਰਸ ਤਿਆਰ ਕਰਨੇ, ਦੈਨ ਨੈਕਸਟ ਆਪਾਂ ਕੀ ਕਲੈਕਸ਼ਨ ਨੈਕਸਟ ਕੀ ਉਹ ਕਰਨਾ, ਫਿਰ ਸੈਲੀਬ੍ਰਿਟੀਜ਼ ਨਾਲ ਕਨੈਕਟ ਰੱਖਣਾ, ਸਾਰਿਆਂ ਨਾਲ ਗੱਲ ਕਰਨੀ, ਸੁਣਨੀ, ਹੈ ਨਾ। ਸੋ ਬੇਸਿਕਲੀ ਮੈਨੂੰ ਹੁਣ ਪ੍ਰੋਬਲਮ ਆ ਰਹੀ ਆ ਦੋਨੇ ਸਟੋਰਸ ਦੀ। ਜੇ ਮੈਂ ਕੈਨੇਡਾ ਹੁੰਦੀ ਆ ਤਾਂ ਇੱਥੇ ਵਾਲੇ ਸਟੋਰ ਦੀ ਪ੍ਰੋਬਲਮ ਆਉਂਦੀ ਆ, ਪਿੱਛੋਂ ਸਟਾਫ ਮੈਨੇਜ ਨਹੀਂ ਹੁੰਦਾ, ਉਹ ਆਪਸ ਦੇ ਵਿੱਚ ਉਹਨਾਂ ਦੀ ਮੈਨੇਜਮੈਂਟ ਮਿਸਮੈਨੇਜਮੈਂਟ ਹੋ ਜਾਂਦੀ ਆ। ਤੇ ਜੇ ਮੈਂ ਇੱਥੇ ਜਾਂਦੀ ਆ ਤਾਂ ਕੈਨੇਡਾ ਦਾ ਸਟੋਰ ਬੰਦ ਹੈ ਹੁਣ। ਉਹ ਆਈ ਥਿੰਕ ਮੈਂ ਨਵੰਬਰ ਦੇ ਵਿੱਚ ਆਈ ਸੀ ਤਾਂ ਉਦੋਂ ਤੱਕ ਬੰਦ ਹੈ, ਉਹ ਤਾਂ ਕੋਵਿਡ ਕਰਕੇ ਵੀ ਆ, ਬਟ ਇਹ ਥੋੜੀ ਹੈ ਪ੍ਰੋਬਲਮ ਚੱਲ ਰਹੀ। ਹੁਣ ਉਹਨੂੰ ਚੀज़ ਨੂੰ हौली हौली ठीक है। अच्छा कनाडा के लोगों में जो पंजाबी सूट जो लेडीज वहाँ पहनते हैं उनके टेस्ट, कलर, स्टाइल और यहाँ में क्या डिफरेंस आपको लगता है? ਉੱਥੋਂ ਜੋ ਆਪਣੇ ਹੈ ਤਾਂ ਸਾਰੇ ਇੰਡੀਅਨ ਹੀ ਪੰਜਾਬੀ, ਹੈ ਨਾ। ਉੱਥੋਂ ਬਟ ਲਾਈਕ ਇੰਨਾ ਹੈ ਕਿ ਸਭ ਨੂੰ ਹਰ ਇੱਕ ਨੂੰ ਬਹੁਤ ਸ਼ੌਂਕ ਹੈ ਤਿਆਰ ਹੋਣ ਦਾ ਐਂਡ ਅਪ ਟੂ ਡੇਟ ਟ੍ਰੈਂਡ ਦਾ। ਤੇ ਸੋ ਉੱਥੇ ਦੀ ਥੋੜੀ ਜਿਹੀ ਜਿੱਦਾਂ ਲਾਈਟ ਐਲੀਗੈਂਟ ਥੋੜਾ ਵਰਕ ਹੋਵੇ ਉਸ ਤਰ੍ਹਾਂ ਦਾ ਜ਼ਿਆਦਾ ਪਸੰਦ ਕਰਦੇ ਨੇ। ਪੰਜਾਬ 'ਚ ਥੋੜਾ ਹੈਵੀ, ਪੰਜਾਬ ਦੇ ਵਿੱਚ ਆਪਾਂ ਨੂੰ ਆਪਸ਼ਨਸ ਵੀ ਬਹੁਤ ਮਿਲ ਜਾਂਦੀ ਆ ਨਾ। ਸੋ ਕਈ ਵਾਰੀ ਡਿਜ਼ਾਈਨਰਸ ਤੋਂ ਬਣਾ ਲੈਂਦੇ ਨੇ, ਕਈ ਵਾਰੀ ਉਹ ਵੈਸੇ ਬਾਏ ਕਰ ਲੈਂਦੇ ਨੇ ਸ਼ਾਪਸ ਤੋਂ। ਸੋ ਉੱਥੋਂ ਹੈ ਕਿ ਹਰ ਇੱਕ ਨੂੰ ਇਦਾਂ ਹੀ ਹੁੰਦਾ ਕਿ ਅਸੀਂ ਆਪਣੇ ਬੁਟੀਕ ਤੋਂ ਜਾਂ ਆਪਦੇ ਡਿਜ਼ਾਈਨਰ ਤੋਂ ਖੁਦ डिजाइन करिए, कस्टमाइजेशन ज़्यादा प्रेफर करते हैं कनाडा के विच। अच्छा वैसे आपकी नेचर इतनी हम्बल है, आप इतने डाउन टू अर्थ, तो मुझे लगता नहीं ऐसा कभी हुआ होगा, बट कभी किसी सेलिब्रिटी के साथ काम करते हुए कोई ऐसी प्रॉब्लम आई, किसी का कोई टेंट्रम्स हुआ प्रॉब्लम शूट के टाइम पे या डिसाइड करते हुए? जब नहीं, जे मैं हुण इदां दा कुछ भी कहूंगी फिर वो कंट्रोवर्सी बन जाएगी। नहीं कंट्रोवर्सी नहीं, मतलब वैसे ही नोक-झोंक हो जाते हैं किसी टाइम हो जांदा कई वारी, बट कई वारी बहुत वधिया भी रहिंदा। हाँ बेस्ट मैमरी किहदे नाल रही है आज तक? बेस्ट मैमरीज जैस्मिन सैंडलस। कोई एक इंसीडेंट जिहड़ा तुहाडे नाल शेयर करो? ਅਸੀਂ ਇਕੱਠੇ 1-2 ਸਾਲ ਕੰਮ ਕੀਤਾ ਨਾ। ਸੋ ਇੰਸੀਡੈਂਟ ਕੈਨੇਡਾ ਇਕੱਠੇ ਸੀਗੇ, ਉੱਥੇ ਅਸੀਂ ਤੀਆਂ ਦੇ ਮੇਲੇ ਲਗਾਏ। ਫਿਰ ਮੈਂ ਉਹ ਸੇਮ ਟਾਈਮ ਦੇ ਵਿੱਚ ਉਹਨਾਂ ਦਾ ਸ਼ੋਅ ਸੀਗਾ, ਉਹ ਸ਼ੋਅ ਕਰ ਰਹੇ ਸੀ ਤੇ ਮੈਂ ਆਪਦਾ ਸਟਾਲ ਲਗਾ ਕੇ ਤੀਆਂ ਦਾ ਮਤਲਬ ਸਟਾਲ ਲਗਾ ਕੇ ਐਗਜ਼ੀਬਿਸ਼ਨ ਪਲਾਨ ਕੀਤੀ ਹੋਈ ਸੀ। ਤਾਂ ਬਹੁਤ ਵਧੀਆ ਉਦੋਂ ਆਈ ਥਿੰਕ ਆਪਾਂ 4-5 ਦਿਨ ਇਕੱਠੇ ਟਰੈਵਲ ਕੀਤਾ। ਪਹਿਲਾਂ ਸਰੀ ਸੀ, ਉਸ ਤੋਂ ਬਾਅਦ ਚ ਬਰੈਂਪਟਨ। ਤੁਸੀਂ ਕਾਊਂਟ ਰੱਖਿਆ ਕਿੰਨੇ ਸੈਲੀਬ੍ਰਿਟੀ ਨਾਲ ਕੰਮ ਕਰ ਲਿੱਤਾ ਹੈ? ਆਈ ਥਿੰਕ 14 to 15 ਵਿੱਚ ਮਾਡਲਸ ਦੇ ਨਾਲ ਸਾਰਾ। ਹਾਂ ਅੱਛਾ ਮੇਬੀ ਨੀਅਰ ਅਬਾਊਟ 20 ਮੈਂ ਕਦੀ ਕਾਊਂਟ ਨਹੀਂ ਕੀਤਾ। ਉਹ ਜਦੋਂ ਪੁੱਛਦੇ ਨਾ ਵੈਬਸਾਈਟ ਦਾ ਪੁੱਛਦੇ ਸੀ, ਉੱਥੇ ਕਾਊਂਟ ਕਰਨਾ ਸੀ, ਫਿਰ ਮੈਂ ਲਿਖਾਈ ਗਈ, ਬਟ ਮੈਂ ਜਾ ਕੇ ਕਾਊਂਟ ਕਰੂੰਗੀ। ਤੇ ਅੱਛਾ ਸਟਾਰ ਜਿਵੇਂ ਔਨ ਸਕਰੀਨ ਹੁੰਦੇ ਆ ਉਸ ਤਰ੍ਹਾਂ ਦਾ ਹੀ ਨੋਰਮਲ, ਕਿਉਂਕਿ ਅਸੀਂ ਸਿਰਫ ਜਿਹੜੇ ਸਟਾਰਸ ਨੂੰ ਔਨ ਸਕਰੀਨ ਹੀ ਵੇਖਦੇ ਹਾਂ ਤਾਂ ਸਾਨੂੰ ਹਮੇਸ਼ਾ ਇੱਕ क्यूरोसिटी रहती है कि असली लाइफ 'ਚ ਵੀ ਐਵੇਂ ਹੈ ਜਾਂ ਸਿਰਫ ਔਨ ਸਕਰੀਨ ਹੀ ਅੱਛੇ ਬੰਦੇ, ਬਾਕੀ ਨੋਰਮਲ ਲਾਈਫ 'ਚ ਸਭ ਨੂੰ
ਟੈਂਟਰਮ ਹੁੰਦੇ ਹੀ ਹੈ ਹਰ ਕਿਸੇ ਦੇ ਨਾਰਮਲੀ ਹੁੰਦੇ ਆ ਜਿੱਦਾਂ ਬਾਕੀ ਨੇ, ਹਾਂ ਸੇਮ ਹੀ ਨੇ। ਉਹ ਉਹਨਾਂ ਦੀ ਆਪਣੀ ਡਿਫਰੈਂਟ ਲੈਵਲ ਦੀ ਸਟਰਗਲ ਹੈ, ਹਰ ਇੱਕ ਬੰਦੇ ਦੀ ਸਟਰਗਲ ਹੈ। ਜੇ ਇੰਨਾ ਨਾਮ ਬਣਾ ਕੇ ਉੱਥੇ ਤੱਕ ਪਹੁੰਚਿਆ, ਉਹਦੇ ਬੈਕ ਤੇ ਪਤਾ ਨਹੀਂ ਉਹਨਾਂ ਨੇ ਕਿੰਨਾ ਉਸ ਕਿਸ ਫੇਸ ਤੋਂ ਗੋ ਥਰੂ ਹੋ ਕੇ ਨਿਕਲੇ ਹੁੰਦੇ ਆ ਨਾ। ਤੇ ਕਿਸੇ ਦਾ ਵੀ ਨਾਮ ਬਣਦਾ ਆ, ਜਾਂ ਉਹ ਸੈਲੀਬ੍ਰਿਟੀ ਆ, ਚਾਹੇ ਤੁਸੀਂ ਵੀ ਹੋ, ਬਟ ਤੁਸੀਂ ਇੱਥੇ ਵੀ ਪਹੁੰਚੇ ਹੋ ਕਿੰਨੀ ਸਟਰਗਲ ਕਰਕੇ, ਜਾਂ ਆਪਣੀ ਸਟੱਡੀ ਦੇ ਨਾਲ ਚੀਜ਼ਾਂ ਕਨੈਕਟ ਹੁੰਦੀਆਂ ਆ। ਬਟ ਬੈਕਗ੍ਰਾਉਂਡ ਬੇਸਿਕਲੀ ਸਾਰੇ ਨਾਰਮਲ ਹੀ ਹੁੰਦੇ ਆ। ਹਾਂ, ਹਰ ਚੀਜ਼ ਸੇ ਹੁੰਦੇ ਕਿਸੇ ਕਿੱਥੇ ਜਿਹੜੇ ਤੁਸੀਂ ਨਾ ਕਮਾਣਾ ਹੈ, ਕਿੱਥੇ ਆਪਣਾ ਕੋਈ ਰੈਪੂਟੇਸ਼ਨ ਇੱਕ ਬਣਾਉਣੀ ਹੈ, ਸਟਰਗਲ ਚਾਹੇ ਮਤਲਬ ਕਿ ਬੈਕ ਐਂਡ 'ਚ ਸੋਚ ਲਈਏ ਆਪਾਂ ਘਰੇ ਜਾ ਕੇ ਖਾਣੇ ਸਾਰੇ ਰੋਟੀਆਂ ਇਹ ਚੀਜ਼ ਹੁੰਦੀ ਆ। ਅੱਛਾ, ਸਭ ਚੀਜ਼ਾਂ ਨਾਲ ਇੰਨੇ ਬਿਜ਼ੀ ਹੁੰਦੇ ਹੋ, ਸਟੋਰ ਮੈਨੇਜ ਕਰਨਾ, ਕੰਮ ਵੇਖਣਾ, ਵਿਚਕਾਰ ਫੈਮਿਲੀ ਟਾਈਮ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਫੈਮਿਲੀ ਟਾਈਮ ਹੁਣ ਇੱਕ 1.5 ਮੰਥ ਹੋ ਗਿਆ ਨਾ ਘਰ ਗਏ ਹੋਏ, ਪਿੰਡ ਗਏ ਹੋਏ। ਫਿਰ ਜਦੋਂ ਜਾਣਾ ਹੁੰਦਾ ਕਹਿ ਦਿੰਦੇ ਮੰਮਾ ਅੱਜ ਆਉਣਾ ਹੈ ਨਾ, ਫਿਰ ਕੋਈ ਨਾ ਕੁਛ ਹੋ ਜਾਂਦਾ, ਜਾ ਨਹੀਂ ਹੁੰਦਾ। ਇੱਦਾਂ ਹੀ 1 ਵੀਕ 2 ਵੀਕ ਨਿਕਲ ਜਾਂਦੇ ਆ। ਉਹ ਵਿਚਾਰੇ ਫੋਨ ਕਰਦੇ ਆ ਅੱਜ ਹੁਣ ਆਏ ਨਹੀਂ ਇੱਦਾਂ ਔਖਾ ਹੁੰਦਾ ਥੋੜਾ ਮੈਨੇਜ ਕਰਨਾ। ਅੱਛਾ, ਵੈਸੇ ਫ੍ਰੀ ਟਾਈਮ 'ਚ ਕੀ ਕਰਨਾ ਪਸੰਦ ਕਰਦੇ ਹੋ ਜ਼ਿਆਦਾ? ਟਾਈਮ ਫ੍ਰੀ ਹੁੰਦਾ ਹੀ ਨਹੀਂ ਹੈਗਾ। ਸਵੇਰ ਤੋਂ ਲੈ ਕੇ ਜਦੋਂ ਉੱਠਦੇ ਆ ਉਦੋਂ ਕਾਲਸ, ਕਿਉਂਕਿ ਜ਼ਿਆਦਾ ਆਲਮੋਸਟ ਕਲਾਇੰਟ ਮੇਰੇ ਸਾਰੇ ਫੋਰਨਰ ਨੇ ਨਾ, ਤੇ ਉਸ ਟਾਈਮ ਉੱਥੇ ਉਹ ਗੱਲ ਕਰਦੇ ਆ। ਜਦੋਂ ਉੱਠਦੇ ਆ ਉਦੋਂ ਤੋਂ ਹੀ ਉਹਨਾਂ ਨਾਲ ਗੱਲ ਕਰਨੀ ਹੁੰਦੀ ਆ। ਫਿਰ ਵਰਕਸ਼ਾਪ ਜਾ ਕੇ ਵਰਕਸ਼ਾਪ ਨੂੰ ਉਹਨਾਂ ਨੂੰ ਕੰਮ ਦੇਣਾ ਸਾਰੇ ਕਾਰੀਗਰਸ ਨੂੰ, ਫਿਰ ਸਟੂਡੀਓ ਆਉਣਾ। ਲਾਈਕ ਮੇਰੀ ਤਾਂ ਦੌੜ ਲੱਗੀ ਹੀ ਰਹਿੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ। अभी तक की कोई फेवरेट कलेक्शन? नहीं, अजे तक नहीं आई नहीं अजे। अच्छा, हले होर कुछ बड़ा करने का मन है कि ये मेरी फेवरेट होएगी? अजे स्टार्टिंग दे विच एज ए भी लाइक बिजनेस तौर ते सोच के चल रहे सी भी करना, नाम बनाना ना। उस तो बाद स्टोर्स का एड ऑन हो गया, भी स्टोर्स करने ने। तो मैनू प्रॉब्लम ये आई है कि पहला बुटीक वगैरह कुछ नहीं चलाया, सीधा ही ऑनलाइन तो स्टोर्स नू मैंने ही करना 3 साल हो गए, स्टिल अजे तक प्रॉब्लम्स आ रही। कदी हुण जिद्दां लाइक पहला स्टोर बनाया, हुण उन्हें चेंज कर लिया, लोकेशन चेंज कर ली। ईवन मैनू मैसेज आते हैं कि तुसी इंटीरियर डिज़ाइनर हो कि फैशन डिज़ाइनर हो। मैं कहा भी नहीं, हुण आपां 6 साल की रेंट डील की है, भी हुण स्टोर चेंज नहीं करना, हुण काम करांगे। अच्छा, तो इंस्पिरेशन कित्थों आती है कि हुण ये कलैक्शन आएगी? की इंस्पिरेशन होती है बैक ऑफ द माइंड? कलैक्शन बनाने ਲਈ मैं ਤੁਹਾਨੂੰ ਉਹੀ ਦੱਸ ਰਹੀ ਹਾਂ। ਅਜੇ ਸਿਰਫ ਜਿੱਦਾਂ ਧੱਕਾ ਨਹੀਂ ਹੁੰਦਾ ਵੀ ਰੱਬ ਵੱਲੋਂ ਵੀ ਠੀਕ ਆ ਚੀਜ਼ਾਂ ਚੱਲ ਰਹੀਆਂ, ਵੀ ਉੱਪਰ ਵਾਲੇ ਕੰਮ ਹੀ ਨੇ। ਕਨੈਕਸ਼ਨਸ ਮੈਂ ਸੋਚੇ ਹੋਏ ਨੇ। ਵੈਡਿੰਗਸ ਦਾ ਹੁਣ ਵਰਕਸ਼ਾਪ ਕੀਤੀ ਹੈ, ਕਾਰੀਗਰਸ ਲੱਭੇ ਨੇ ਜਾਂ ਉਹਨਾਂ ਨੂੰ ਸਟਾਰਟ ਕੀਤਾ। ਵੈਡਿੰਗਸ ਦੀਆਂ ਕਲੈਕਸ਼ਨ ਮੈਂ ਥੋੜਾ ਲਾਈਕ ਡਿਫਰੈਂਟ ਕਰਾਂਗੀ, ਉਹ ਚੱਲ ਰਿਹਾ ਵਰਕ। ਨੈਕਸਟ ਈਅਰ ਨੈਕਸਟ ਕਲੈਕਸ਼ਨ ਇਹੀ ਹੈ, ਵੈਡਿੰਗ ਕਲੈਕਸ਼ਨ ਜੇ ਅਸੀਂ ਵੇਖਾਂਗੇ। ਅੱਛਾ, ਤੁਸੀਂ ਵਿਚਕਾਰ ਮੈਂਸ਼ਨ ਕੀਤਾ ਸੀ ਡਿਪਲੋਮਾ ਵੀ ਸ਼ੁਰੂ ਕੀਤਾ ਹੈ, ਲੋਕਾਂ ਨੂੰ ਕਰਾ ਰਹੇ ਹੋ। ਮੇਰੇ ਖਿਆਲ ਇੱਥੇ ਪੰਜਾਬ 'ਚ ਹੋਰ ਕਿਸੇ ਨੇ ਡਿਪਲੋਮਾ ਕੋਰਸਿਸ ਨਹੀਂ ਸ਼ੁਰੂ ਕਰਾਏ, ਲੋਕੀ ਬਸ ਸਟਿਚਿੰਗ ਕਰਕੇ ਉਹ ਕਰ ਲੈਂਦੇ ਹਨ। ਤੇ ਉਸ ਬਾਰੇ ਕੀ ਇੰਸਪੀਰੇਸ਼ਨ ਸੀ, ਕੀ ਦਿਮਾਗ 'ਚ ਆਇਆ? ਕਿ ਲਾਸਟ ਈਅਰ ਜਦੋਂ ਕੋਵਿਡ ਟਾਈਮ ਸਟਾਰਟ ਹੋਇਆ ਨਾ, ਤੇ ਮੈਂ ਤੇ ਮੇਰੀ ਮੈਨੇਜਰ ਨੇ ਆਪਾਂ ਬਹੁਤ ਜ਼ਿਆਦਾ ਵਰਕ ਕੀਤਾ ਕਿ ਕਿੱਦਾਂ ਆਨਲਾਈਨ ਕਲਾਸਿਸ ਲਗਾਈਆਂ ਜਾ ਸਕਦੀਆਂ। ਉਹ ਸਿਲੇਬਸ ਬਣਾਇਆ ਨਾ, ਤੇ ਉਹ आई थिंक ਪਹਿਲਾਂ ਆਫਲਾਈਨ ਚੱਲ ਰਿਹਾ ਸੀ ਕਟਿੰਗ ਐਂਡ ਸਟਿਚਿੰਗ ਦਾ ਨਾ, ਬਟ ਜ਼ੂਮ ਥਰੂ ਅਸੀਂ ਸਾਰਾ ਪਲਾਨ ਕੀਤਾ ਸਿਲੇਬਸ ਕਰਕੇ ਉਹਨੂੰ ਕਿੱਦਾਂ ਪ੍ਰੈਕਟੀਕਲ ਐਂਡ ਥਿਓਰੈਟੀਕਲ ਵਰਕ ਦੋਨੇ ਕਿੱਦਾਂ ਪ੍ਰੋਵਾਈਡ ਕੀਤੇ ਜਾ ਸਕਦੇ ਆ ਸਟੂਡੈਂਟਸ ਨੂੰ। ਦੈਨ ਹੁਣ ਅਸੀਂ ਡਿਪਲੋਮੇ ਦਾ ਸਿਲੇਬਸ ਆਲਮੋਸਟ ਬਣਾ ਚੁੱਕੇ ਆ, ਸਾਰਾ ਕੁਝ ਡਨ ਹੈ। ਜਸਟ ਐਡਮਿਸ਼ਨਸ ਸਟਾਰਟ ਜੂਨ ਤੋਂ ਸਟਾਰਟ ਹੋ ਜਾਣੀਆਂ, ਉਹ 1 ਸਾਲ ਦਾ ਹੋਏਗਾ ਡਿਪਲੋਮਾ। ਐਂਡ ਸੈਕੰਡ ਥਿੰਗ ਉਹ ਜਿੱਦਾਂ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਵੀ ਸਟਾਰਟ ਕਰ ਰਹੇ ਹਾਂ। ਅੱਛਾ, ਤੇ ਇਹਦੇ ਪਿੱਛੇ ਕੋਈ ਆਪਣੀ ਪਰਸਨਲ ਉਹ ਸੀ ਕਿ ਮੈਂ ਮੇਰੇ ਟਾਈਮ ਤੇ ਡਿਪਲੋਮਾ ਨਹੀਂ ਸੀ, ਕੁਝ ਕਰ ਨਹੀਂ ਪਾਈ? ਹਾਂ, ਇਹ ਵੀ ਇੱਕ ਹੈ ਤਾਂ ਮੈਂ ਟੀਚਰ ਹੀ ਹਾਂ। ਅੱਛਾ, ਸੋ ਬੇਸਿਕਲੀ ਮੈਂ ਟੀਚਰ ਹਾਂ। ਡਿਜ਼ਾਈਨਰ ਤਾਂ ਹੁਣ ਸ਼ੌਂਕ ਕਰਕੇ ਜੁੜ ਗਿਆ, ਬਟ ਲਾਈਕ ਤੇ ਟੀਚਿੰਗ ਲਾਈਨ ਨੂੰ ਵੀ ਕੰਟੀਨਿਊ ਕਰਦੀ ਨਾਲ ਕੰਟੀਨਿਊ ਰੱਖਣਾ ਚਾਹੁੰਦੀ ਹਾਂ। ਅੱਛਾ, ਠੀਕ ਹੈ, ਬਹੁਤ ਚੰਗਾ। ਮੇਰੇ ਖਿਆਲ ਜਿਹੜੇ ਸਟੂਡੈਂਟਸ ਹੋਣਗੇ ਉਹ ਵੀ ਹਾਂਜੀ। ਸੋ ਉਹਦੇ ਵਿੱਚ ਵੀ ਆ ਕਿ ਸਾਡੀ ਫੈਮਿਲੀਜ਼ ਜਾਂ ਪਿੰਡ ਦੇ ਵਿੱਚੋਂ ਕੋਈ ਵੀ ਪੜ੍ਹਨਾ ਚਾਹੁੰਦਾ ਹੈ ਆਨਲਾਈਨ ਨਾ ਕਲਾਸਿਸ, ਸੋ ਇੱਕ ਆਪਾਂ ਬੈਚ ਉਹਨਾਂ ਨੂੰ ਫ੍ਰੀ ਵੀ ਕਰਾਵਾਂਗੇ। ਹਰ ਇੱਕ ਪਿੰਡ ਦੇ ਵਿੱਚੋਂ 1 ਜਾਂ 2 ਗਰਲਸ ਜਿਨ੍ਹਾਂ ਦੇ ਜੋ ਫੀਸ ਅਫੋਰਡ ਨਹੀਂ ਕਰ ਸਕਦੇ, ਇਸ ਤਰ੍ਹਾਂ ਹੈਲਪ ਵੀ ਹੋ ਜਾਏਗੀ ਬੱਚਿਆਂ ਦੀ, ਉਹ ਅੱਗੇ ਆਪਣਾ ਕੁਝ ਕਰ ਵੀ ਸਕਦੇ ਹੋਣਗੇ। ਬੇਸਿਕਲੀ ਮੈਂ ਸਟਾਰਟ ਕੀਤਾ ਸੀ, ਮੇਰੇ ਕੈਨੇਡਾ ਦੇ ਕਲਾਇੰਟ ਨੇ, ਉਹਨਾਂ ਨੂੰ ਅਲਟਰੇਸ਼ਨ ਦੀ ਬਹੁਤ ਪ੍ਰੋਬਲਮ ਆਉਂਦੀ ਆ, ਤੇ ਬਹੁਤ ਉਹਨਾਂ ਦੇ ਲਾਈਕ ਮਨੀ ਵੇਸਟ ਹੁੰਦੀ ਆ। ਇੱਕ ਅਲਟਰ ਕਰਾਉਣ ਲਈ ਵੀ ਉਹਨਾਂ ਦੇ $20 $30 ਲੱਗ ਜਾਂਦੇ ਇੱਕ ਸੀਨ ਲਗਾਉਣ ਲਈ ਨਾ। ਸੋ ਮੈਂ ਇਹ ਵੀ ਚਾਹੁੰਦੀ ਸੀ ਕਿ ਉਹ ਚਲੇ ਜਾਂਦੇ ਆ ਇੱਥੋਂ, ਆਪਾਂ ਲਾਈਕ ਕੈਨੇਡਾ ਦੇ ਵਿੱਚ ਮੁੜ ਕੇ ਵਾਪਸ ਆ ਕੇ ਸਿੱਖਣਾ ਬਹੁਤ ਔਖਾ ਹੋ ਜਾਂਦਾ। ਸੋ ਥੋੜਾ ਈਜ਼ੀ ਹੈ, ਤੁਸੀਂ ਘਰ ਬੈਠ ਕੇ ਸਿੱਖ ਸਕਦੇ ਹੋ।
आई थिंक शुरू जिस भी रीज़न से हुआ, आपकी इंस्पिरेशन और आपने जिस तरह जो अब आपकी सोच है ये कि मैं पिंड से भी फ्री बैचेस लूँगी, वो बहुत अच्छी है। भगवान आपको बहुत तरक्कियाँ दे इसी फील्ड में। थैंक यू सो मच हमारे साथ इस चैनल पे आने के लिए। थैंक यू। Hi, this is Kiran Sandhu. Please like, share and subscribe Balle Bolly Magazine YouTube channel.